ਅੱਜ ਦੀ ਨੌਰੰਗ ਟਾਕ 'ਚ ਅਸੀਂ ਗੱਲਬਾਤ ਕਰਾਂਗੇ ਇੱਕ ਕਿਤਾਬ ਦੇ ਬਾਰੇ ਜਿਹਦਾ ਸਰਨਾਮਾ ਹੈ ਜੋਗੀ ਸਪ ਤਰਾ। ਇਹ ਨੈਣ ਸੁਖ ਸਾਹਿਬ ਨੇ ਲਿਖੀ ਹੈ। ਨੈਣ ਸੁਖ ਸਾਹਿਬ ਬਾਏ ਪ੍ਰੋਫੈਸ਼ਨ ਐਡਵੋਕੇਟ ਨੇ ਤੇ ਇਸ ਤੋਂ ਪਹਿਲਾਂ ਵੀ ਕਹਾਣੀਆਂ ਦੀਆਂ ਕਿਤਾਬਾਂ ਲਿਖ ਚੁੱਕੇ ਨੇ। ਇਹ ਉਹਨਾਂ ਦੀ 5ਵੀਂ ਕਿਤਾਬ ਹੈ। ਇਸ ਤੋਂ ਪਹਿਲਾਂ ਇੱਕ ਨਾਵਲ ਵੀ ਉਹ ਲਿਖ ਚੁੱਕੇ ਨੇ ਜਿਹਦਾ ਨਾਂ ਹੈ ਮਾਧੂ ਲਾਲ ਹੁਸੈਨ। ਤੇ ਕਹਾਣੀਆਂ ਦੇ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਕੋਲੋਂ ਪੁੱਛਾਂਗੇ ਕਿ ਜਦੋਂ ਇੱਕ ਕਹਾਣੀ ਲਿਖਦੇ ਨੇ ਤੇ ਕਿਰਦਾਰ ਉਹ ਬੁਣਦੇ ਨੇ ਤੇ ਉਹਨਾਂ ਦਾ ਥਾਟ ਪ੍ਰੋਸੈਸ ਕਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਹੁੰਦਾ ਹੈ। ਔਰ ਇਹ ਜਿਹੜੀ ਉਹਨਾਂ ਦੀ ਕਿਤਾਬ ਹੈ ਜੋਗੀ ਸਪ ਤਰਾ, ਇਹ ਇੱਕੋ ਵੇਲੇ 'ਚ ਅੰਮ੍ਰਿਤਸਰ 'ਚ ਵੀ ਛਪੀ ਹੈ ਤੇ ਨਾਲੋਂ ਨਾਲ ਲਾਹੌਰ 'ਚ ਵੀ ਛਪੀ ਹੈ। ਲਾਹੌਰ 'ਚ ਇਹ ਕਿਤਾਬ ਤਰਿੰਜਨ ਵਾਲਿਆਂ ਨੇ ਛਾਪੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਇਹ ਸੱਚਲ ਪ੍ਰਕਾਸ਼ਨ ਨੇ ਛਾਪੀ ਹੈ। ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰੀਏ, ਉਹਨਾਂ ਕੋਲੋਂ ਪੁੱਛੀਏ ਕਿ ਉਹ ਆਪਣੀ ਕਹਾਣੀਆਂ ਦੇ ਬਾਰੇ ਸਾਨੂੰ ਕੀ ਦੱਸਦੇ ਨੇ। ਨੈਣ ਸੁਖ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ ਤੇ ਤੁਸੀਂ ਇਹ ਕਿਤਾਬ, ਤੁਹਾਡੀ ਕਹਾਣੀਆਂ ਦੀ 5ਵੀਂ ਕਿਤਾਬ ਹੈ ਜੋਗੀ ਸਪ ਤਰਾ। ਇੱਕ ਤਾਂ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਇਹ ਟਾਈਟਲ, ਇਹ ਸਰਨਾਮਾ ਤੁਸੀਂ ਕਿਉਂ ਚੁਣਿਆ, ਇਹਦੀ ਕੀ ਸਿਗਨੀਫੀਕੈਂਸ ਹੈ? ਅੱਗੇ ਕਹਾਣੀਆਂ 'ਚ ਵੀ ਇਹ ਰਿਫਲੈਕਟ ਹੁੰਦਾ ਟਾਈਟਲ ਜਾਂ ਕਿਸ ਤਰ੍ਹਾਂ ਲੈ ਕੇ ਤੁਸੀਂ ਇਹਨੂੰ ਟੁਰੇ ਹੋ? ਇਸ ਤਰ੍ਹਾਂ ਕਿ ਇਹ ਪਹਿਲੀ ਜਿਹੜੀ ਕਹਾਣੀ ਹੈ ਇਸ ਕਿਤਾਬ ਦੇ ਵਿੱਚ, ਉਹਦਾ ਨਾਂ ਹੀ ਜੋਗੀ ਸਪ ਤਰਾ ਹੈ। ਔਰ ਜੋਗੀਆਂ ਦੇ ਬਾਰੇ ਵਿੱਚ, ਔਰ ਉਹਨਾਂ ਜੋਗੀਆਂ ਦੇ ਬਾਰੇ 'ਚ ਜਿਹੜੇ ਸਪੇਰੇ ਹੁੰਦੇ ਨੇ, ਜਿਹੜੇ ਬੀਨ ਵਜਾਉਂਦੇ ਨੇ। ਔਰ ਫਿਰ ਉਹਦਾ ਨਾਂ ਸੱਪ ਦੇ ਨਾਲ ਤਰਾ ਜੁੜਿਆ ਹੈ। ਅਤੇ ਮੈਂ ਤੁਹਾਨੂੰ ਉਹਦੇ 'ਚ ਇੱਕ ਪੈਰਾ ਪੜ੍ਹ ਕੇ ਵੀ ਸੁਣਾਉਣਾ, ਤੁਹਾਨੂੰ ਉਹਦੇ 'ਚ ਥੋੜ੍ਹਾ ਜ਼ਰੂਰ ਲੱਗੇਗਾ ਵੀ ਕਿ ਵਿਛੜੀ ਸੰਗਤ ਲਈ ਸਹਿਕਦਾ ਬਾਬਾ ਜੋਗੀ ਇੱਕ ਦਿਨ ਸਵੇਰੇ ਸਵੇਰੇ ਆਪਣੀ ਪਟਾਰੀ ਖੋਲ੍ਹ ਕੇ ਬੈਠਾ, ਜਿਹਦੇ ਵਿੱਚ ਸੱਪ ਕੋਈ ਨਾ, ਡਰ ਹੀ ਡਰ, ਅੱਖਾਂ ਹੀ ਅੱਖਾਂ ਅਤੇ ਹਰ ਅੱਖ ਵਿੱਚ ਸੱਪ। ਜਿਨ੍ਹਾਂ ਵੇਖਣ ਹਾਰਾਂ ਦੀਆਂ ਅੱਖਾਂ, ਉਹਨਾਂ ਦੇ ਪੈਸੇ ਸੁੱਟਣ ਵਾਲੇ ਹੱਥ ਕਿੱਥੇ। ਤਮਾਸ਼ਾ ਮੁੱਕਣ 'ਤੇ ਜਿਉਂ ਆਲ ਦੁਆਲੇ ਵੇਖਦਾ, ਉਹਨੇ ਉਂਝ ਹੀ ਵੇਖਿਆ, ਪਰ ਵੀਰਾਨਗੀ ਵਿੱਚ ਹੈਰਾਨਗੀ ਕੋਈ ਨਾ। ਜਿਹੜੀ ਉੱਚੀ ਥਾਵੇਂ ਪਟਾਰੀ ਖੁੱਲ੍ਹੀ ਪਈ, ਉਹਦੇ ਹੇਠ ਹੀ ਚਰੋਕਣਾ ਮੋਹਿਆ ਸੱਪ ਦੱਬਿਆ ਪਿਆ। ਰਾਤੀ ਪੋਤਰੇ ਗੱਲ ਹੀ ਅਜਿਹੀ ਕੀਤੀ, ਬਾਬਾ ਕੋਈ ਕੰਮ ਕਰਿਆ ਕਰ, ਗੁਜ਼ਾਰਾ ਔਖਾ ਹੋ ਗਿਆ। ਬੁੱਢਾ ਜੋਗੀ ਬਿਮਾਰ ਨਾ ਰਿਹਾ, ਬੇਰੁਜ਼ਗਾਰ ਹੋ ਗਿਆ। ਜਿਹਦੇ ਨਸ਼ਈ ਪੁੱਤਰ ਨੂੰ ਮੋਹਿਆ ਅੱਜ 8ਵਾਂ ਦਿਨ। ਫੂੜੀ ਚੁੱਕ ਕੇ ਰਾਜਾ ਅੱਜ ਪਹਿਲੇ ਦਿਨ ਕੰਮ 'ਤੇ ਜਾ ਰਿਹਾ। ਸਾਰਾ ਸਾਈਕਲ ਉਹਨੇ ਖਿਡੌਣਿਆਂ ਨਾਲ ਸਜਾਇਆ। ਅੱਖਾਂ 'ਤੇ ਐਨਕ, ਗਲੇ ਵਿੱਚ ਸੀਟੀ ਅਤੇ ਸਿਰ ਉੱਤੇ ਜੋਕਰ ਟੋਪੀ, ਜਿਹੜੇ ਸਭ ਖਿਡੌਣੇ। ਮੂੰਹ ਵਿੱਚ ਕੋਈ ਨਵਾਂ ਫਿਲਮੀ ਗਾਣਾ ਗਾ ਰਿਹਾ। ਸਿਰ ਨੂੰ ਹਿਲਾਵੇ, ਕਦੀ ਉਹਦੇ ਸਰੀਰ ਦਾ ਕੋਈ ਹੋਰ ਅੰਗ ਥਿਰਕੇ। ਉਹ ਆਪਣੀ ਮੌਜ ਵਿੱਚ, ਜਿਹਦੇ ਹਾਲ ਤੋਂ ਬੇਗਾਨਾ ਬਾਬਾ ਜੋਗੀ ਉੱਠਿਆ, ਜਿਹਨੇ ਅੰਦਰੋਂ ਆਪਣੀ ਬੀਨ ਲਿਆਂਦੀ, ਜਿਹਦੇ ਤੋਂ ਘਟਾ ਮਿੱਟੀ ਝਾੜ ਪੂੰਝ ਕੇ ਉਹਨੇ ਵਿੱਚ ਫੂਕ ਮਾਰੀ, ਪਰ ਉਹ ਬੋਲੀ ਨਾ। ਉਹਨੇ ਬੀਨ ਨੂੰ ਸਿੱਧਾ ਪੁੱਠਾ ਕਰਕੇ ਵੇਖਿਆ, ਨਾਲੀਆਂ ਅਤੇ ਮੋਰੀਆਂ ਸਭ ਠੀਕ, ਕੱਦੂ ਵਿੱਚ ਕੋਈ ਤਿੜਕ ਨਾ। ਪੋਤਰੇ ਵੱਲ ਧਿਆਨ ਗਿਆ ਅਤੇ ਉਹਨੂੰ ਸਮਝ ਆਈ ਕਿ ਉਹਦੀ ਬੀਨ ਵੱਜਦੀ ਸਹੀ ਕਿਉਂ ਨਾ ਹੋਵੇ, ਇਸ ਲਈ ਕਿ ਸੁਣਨ ਲਈ ਕੰਨ ਹੀ ਕੋਈ ਨਾ। ਪੋਤਰੇ ਦੇ ਕੰਨਾਂ ਵਿੱਚ ਹੈਂਡ ਫਰੀ ਦੇ ਈਅਰਬਡਸ। ਬਾਬੇ ਜੋਗੀ ਪੋਤਰੇ ਤੋਂ ਧਿਆਨ ਪਰਾਂ ਕੀਤਾ। ਉਹਨੇ ਬੀਨ ਦੀ ਆਵਾਜ਼ ਕੀ ਸੁਣੀ, ਤਾੜੀਆਂ ਵੱਜਣ ਲੱਗ ਪਈਆਂ। ਬਾਹਰਲੇ ਬੂਹੇ ਵਿੱਚ ਚੰਗੜ ਗਲੀ ਦੇ ਬਾਲਾਂ ਦੀ ਭੀੜ, ਬੀਨ ਸੁਣਨ ਲਈ ਕੰਨ ਹੀ ਕੰਨ। ਜਿਹਨੂੰ ਵਜਾਉਂਦਿਆਂ ਬਾਬੇ ਜੋਗੀ ਦਾ ਖੁੱਲ੍ਹੀ ਪਟਾਰੀ ਵੱਲ ਧਿਆਨ ਗਿਆ ਅਤੇ ਉਹਦੇ ਸਾਹ ਸੁੱਕ ਗਏ। ਉਹਨੇ ਬਾਲਾਂ ਵੱਲ ਵੇਖਿਆ, ਜਿਹੜੇ ਖੁਸ਼ ਕਿ ਨਿੱਤ ਦਾ ਤਰਾ ਮੁੱਕਾ, ਜਿਨ੍ਹਾਂ ਦੇ ਪਿੱਛੇ ਉਹਨਾਂ ਦੀਆਂ ਮਾਵਾਂ ਖਲੋਤੀਆਂ, ਅੱਖਾਂ ਹੀ ਅੱਖਾਂ, ਖਾਲੀ ਅਤੇ ਬੇਆਸ ਅੱਖਾਂ। ਹਰ ਇੱਕ ਅੱਖ ਵਿੱਚ ਪਾਣੀ ਧਰਿਆ, ਜਿਹਦੇ ਵਿੱਚ ਬਾਬੇ ਜੋਗੀ ਦੀ ਲਾਸ਼ ਰੁੜਦੀ ਜਾਏ। ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਕਹਾਣੀ ਹੈ। ਇਹਦੇ ਵਿੱਚ ਨੈਣ ਸੁਖ ਸਾਹਿਬ, ਮੈਂ ਨੋਟ ਕਰ ਰਿਹਾ ਕਿ ਤੁਸੀਂ ਇੱਕ ਟਰੈਡੀਸ਼ਨਲ, ਸਾਡਾ ਜਿਹੜਾ ਗਲੀ ਮਹੱਲੇ ਦਾ ਹੈ ਕੰਮ ਹੈ ਕਿ ਉਹ ਸੱਪ ਵਾਲਾ, ਸੱਪ ਕੱਢਣ ਵਾਲਾ ਬਾਬਾ ਆਉਂਦਾ ਹੈ, ਉਹ ਬੀਨ ਵਜਾਉਂਦਾ ਹੈ, ਬੱਚੇ ਡਰਦੇ ਵੀ ਨੇ ਪਰ ਉਹ ਮਜ਼ਾ ਵੀ ਲੈ ਰਹੇ ਹੁੰਦੇ ਨੇ। ਉਹਨੂੰ ਤੁਸੀਂ ਜੋੜਿਆ, ਜਿਹੜੀ ਅੱਜ ਦੇ ਨਵੇਂ ਦੌਰ ਦੀ ਜਿਹੜੀ ਜਨਰੇਸ਼ਨ ਹੈ ਉਹ ਕਿਸ ਤਰ੍ਹਾਂ ਹੈਂਡ ਸੂਈ 'ਤੇ ਲੱਗੀ ਹੈ, ਉਹਦੇ ਕੋਲ ਟਾਈਮ ਹੀ ਨਹੀਂ ਹੈਗਾ ਕਿ ਉਹਦੇ ਵੱਲ ਵੇਖ ਵੀ ਸਕੇ। ਇਹ ਜਿਹੜਾ ਗੈਪ ਆਇਆ ਹੈ ਜਨਰੇਸ਼ਨਸ ਦੇ ਵਿੱਚ, ਅਤੇ ਜਦੋਂ ਇਹ ਕਹਾਣੀਕਾਰ ਇਹਦੇ ਬਾਰੇ ਸੋਚਦਾ ਹੈ ਅਤੇ ਉਹ
ਉਹਦਾ ਥਾਟ ਪ੍ਰੋਸੈਸ ਕੀ ਹੁੰਦਾ ਹੈ ਜਿਹਦੇ ਜ਼ਰੀਏ ਉਹ ਇਹਨਾਂ ਦੋਨੇ ਅਦਵਾਰ ਨੂੰ ਇੱਕ ਦੂਜੇ ਦੇ ਸਾਹਮਣੇ ਰੱਖਦਾ ਹੈ ਤੇ ਫਿਰ ਉਹ ਇਸ ਤਰ੍ਹਾਂ ਦੀ ਕਹਾਣੀ ਲਿਖਣ 'ਚ ਕਾਮਯਾਬ ਹੁੰਦਾ? ਦੇਖੋ, ਇੱਕ ਜਿਹੜਾ ਸਮਾਜ ਹੈ ਜਾਂ ਇੱਕ ਜਿਹੜਾ ਵਸੇਬ ਹੈ, ਜਿਹਨੂੰ ਅਸੀਂ ਪੁਰਾਣਾ ਵਸੇਬ ਜਾਂ ਪੁਰਾਣਾ ਸਮਾਜ ਕਹਿ ਸਕਦੇ ਹਾਂ, ਉਹ ਉੱਜੜ ਰਿਹਾ ਹੈ, ਮੁੱਕ ਰਿਹਾ ਹੈ। ਨਵਾਂ ਜਿਹੜਾ ਸਮਾਜ ਹੈ ਜਾਂ ਨਵਾਂ ਵਸੇਬ ਹੈ ਉਹ ਉਸਰ ਰਿਹਾ ਹੈ। ਇੰਝ ਹੋਣਾ ਹੀ ਹੋਣਾ ਹੈ, ਇਹਨੂੰ ਕੋਈ ਡੱਕ ਨਹੀਂ ਸਕਦਾ। ਪਰ ਉਹਦੇ ਵਿੱਚ ਜਿਸ ਤਰ੍ਹਾਂ ਬਹੁਤ ਸਾਰਾ ਕੁਝ, ਜਿਸ ਤਰ੍ਹਾਂ ਕੁਝ ਲੋਕ ਹੀ ਮੁੱਕਦੇ ਜਾ ਰਹੇ ਨੇ, ਸਿਰਫ ਇਹ ਨਹੀਂ ਕਿ ਰਸਮਾਂ ਰੀਤਾਂ ਰਿਵਾਜ ਮੁੱਕਦੇ ਜਾ ਰਹੇ ਨੇ, ਕੁਝ ਲੋਕ ਹੀ ਮੁੱਕਦੇ ਜਾ ਰਹੇ। ਹੁਣ ਜਿਹੜਾ ਬਸੰਤਾ ਜੋਗੀ ਹੈ, ਜਿਹੜਾ ਬੀਨ ਵਜਾਉਣ ਵਾਲਾ ਹੈ, ਉਹਦੀ ਬੀਨ ਸੱਪ ਨਹੀਂ ਗਏ, ਉਹ ਆਪ ਵੀ ਨਹੀਂ ਰਿਹਾ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਹੀਂ ਵੇਖਾਂਗੇ ਕਿ ਉਸੇ ਤਰ੍ਹਾਂ ਸਪੇਰੇ ਫਿਰਦੇ ਹੋਣ। ਅਸਾਂ ਉਹਨਾਂ ਨੂੰ ਇੱਜ਼ਤ ਵੀ ਨਹੀਂ ਦਿੱਤੀ, ਅਸਾਂ ਉਹਨਾਂ ਨੂੰ ਆਪਣੇ ਸਮਾਜ ਦਾ ਹਿੱਸਾ ਵੀ ਨਹੀਂ ਬਣਾਇਆ, ਔਰ ਕਿਧਰੇ ਵੀ ਅਸੀਂ ਉਹਨਾਂ ਦਾ ਕਦੀ ਉਸ ਤਰ੍ਹਾਂ, ਅਸੀਂ ਥੋੜ੍ਹਾ ਜਿਹਾ ਉਹਨਾਂ ਇੰਜੋਏ ਕਰ ਲਿਆ ਉਹਨਾਂ ਦਾ ਤਮਾਸ਼ਾ ਵੇਖ ਕੇ। ਅਸੀਂ ਸਮਾਜ ਨੂੰ ਉਹਨਾਂ ਨੂੰ ਇੱਜ਼ਤ ਹੀ ਨਹੀਂ ਦਿੱਤੀ, ਨਾ ਸਾਡਾ ਇਸ ਪਾਸੇ ਕਦੀ ਧਿਆਨ ਗਿਆ ਹੈ। ਸਾਡੀ ਸਰਕਾਰਾਂ ਹੋਣ, ਸਾਡਾ ਸਮਾਜ ਹੋਏ, ਸਾਨੂੰ ਇਸ ਗੱਲ ਦੀ ਕਦੀ ਫਿਕਰ ਨਹੀਂ ਰਹੀ ਕਿ ਇਹ ਲੋਕ ਵੀ ਸਾਡੀ ਧਰਤੀ ਦੇ ਰੰਗ ਸਨ, ਇਹ ਲੋਕ ਵੀ ਸਾਡੀ ਧਰਤੀ ਦੀਆਂ ਰੁੱਤਾਂ ਸਨ, ਔਰ ਇਹਨਾਂ ਨਾਲ ਮਿਲ ਕੇ ਹੀ ਜਿਹੜਾ ਇਹ ਗੁਲਦਸਤਾ ਬਣਦਾ ਧਰਤੀ ਦਾ, ਉਹ ਹੀ ਸੋਹਣਾ ਲੱਗਦਾ। ਪਰ ਉਹ ਮੁੱਕਦੇ ਜਾ ਰਹੇ ਨੇ, ਅਸੀਂ ਉਹਨਾਂ ਨੂੰ ਬਚਾ ਨਹੀਂ ਸਕੇ। ਕੱਲ੍ਹ ਨੂੰ ਲੋਕ ਵਿਰਸਾ ਦੇ ਨਾਂ 'ਤੇ ਕਿਸੇ ਮਿਊਜ਼ੀਅਮ ਦੇ ਵਿੱਚ ਸ਼ਾਇਦ ਉਹਨਾਂ ਦੀਆਂ ਤਸਵੀਰਾਂ ਪਈਆਂ ਹੋਣ, ਪਰ ਉਹ ਨਹੀਂ ਰਹਿਣਗੇ। ਸਹੀ ਬਾਤ ਹੈ। ਲੇਕਿਨ ਇਹ ਵੇ ਕਿ ਤੁਹਾਡੇ ਵਰਗੇ ਕਹਾਣੀਕਾਰ ਤੇ ਲਿਖ ਰਹੇ ਨੇ, ਆਪਣੇ ਲਫ਼ਜ਼ਾਂ ਦੇ ਵਿੱਚ, ਆਪਣੀ ਸੋਚ ਦੇ ਵਿੱਚ, ਆਪਣੀ ਕਿਤਾਬਾਂ ਦੇ ਵਿੱਚ ਉਹਨੂੰ ਲੈ ਕੇ ਆ ਰਹੇ ਨੇ ਤੇ ਮਹਿਫੂਜ਼ ਵੀ ਕਰ ਰਹੇ ਨੇ। ਠੀਕ ਹੈ, ਇਹ ਸਵਾਲ ਮੈਂ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਵਾ ਕਿ ਜਦੋਂ ਇੱਕ ਕਹਾਣੀਕਾਰ ਦਾ ਥਾਟ ਪ੍ਰੋਸੈਸ ਕੀ ਹੁੰਦਾ ਹੈ ਜਦੋਂ ਇੱਕ ਕਹਾਣੀ ਲਿਖਦਾ ਹੈ, ਫਿਰ ਖਾਸ ਕਰ ਇਹੋ ਜਿਹੇ ਦੌਰ ਦੇ ਅੰਦਰ ਜਿੱਥੇ ਬਹੁਤ ਤੇਜ਼ੀ ਦੇ ਨਾਲ ਤਬਦੀਲੀ ਆ ਰਹੀ ਹੈ, ਠੀਕ ਹੈ, ਜ਼ੁਬਾਨਾਂ ਵੀ ਤਬਦੀਲ ਹੋ ਰਹੀਆਂ, ਵਸੇਬ ਵੀ ਤਬਦੀਲ ਹੋ ਰਹੇ ਨੇ, ਇਸ ਤਰ੍ਹਾਂ ਦੇ ਸਮਾਜ ਦੇ ਅੰਦਰ ਜਦੋਂ ਇਹ ਕਹਾਣੀਕਾਰ ਬਹਿੰਦਾ ਤੇ ਕਹਾਣੀ ਸੋਚਦਾ ਹੈ, ਉਹ ਕਿਸ ਤਰ੍ਹਾਂ ਦੇ ਥਾਟ ਦੇ ਪ੍ਰੋਸੈਸ 'ਚੋਂ ਗੁਜ਼ਰਦਾ ਹੈ ਤੇ ਫਿਰ ਉਹ ਇੱਕ ਕਹਾਣੀ ਲਿਖਣ 'ਚ ਕਾਮਯਾਬ ਹੁੰਦਾ? ਮੈਂ ਜੇ ਆਪਣੀ ਗੱਲ ਕਰਾਂ ਤਾਂ ਵੇਖੋ, ਮੈਂ ਪੰਜਾਬੀ ਵਿੱਚ ਕਿਉਂ ਲਿਖਣਾ, ਜਦੋਂ ਕਿ ਮੈਨੂੰ ਪਤਾ ਹੈ ਕਿ ਪੰਜਾਬੀ ਵਿੱਚ ਬਹੁਤ ਜ਼ਿਆਦਾ ਲੋਕ ਨਹੀਂ ਪੜ੍ਹਨਗੇ, ਉਹਦੇ ਬਾਵਜੂਦ ਵੀ ਮੈਂ ਪੰਜਾਬੀ ਵਿੱਚ ਲਿਖ ਰਿਹਾ। ਇਹਦਾ ਮਤਲਬ ਕੋਈ ਮਸਲਾ ਹੈ ਮੈਨੂੰ ਕਿ ਮੈਂ ਇੰਗਲਿਸ਼ ਵਿੱਚ ਨਹੀਂ ਲਿਖ ਰਿਹਾ, ਮੈਂ ਉਰਦੂ ਵਿੱਚ ਨਹੀਂ ਲਿਖ ਰਿਹਾ, ਮੈਂ ਪੰਜਾਬੀ ਵਿੱਚ ਹੀ ਲਿਖ ਰਿਹਾ। ਅਤੇ ਮੈਂ ਆਪਣੀ ਧਰਤੀ ਨਾਲ ਜੁੜਿਆ ਰਿਹਾ ਚਾਹੁੰਦਾ ਕਿ ਮੈਂ ਜੁੜਿਆ ਰਹਾਂ ਆਪਣੀ ਧਰਤੀ ਦੇ ਨਾਲ। ਅਤੇ ਜਦੋਂ ਮੈਨੂੰ ਆਪਣੀ ਧਰਤੀ ਦੇ ਨਾਲ ਪਿਆਰ ਹੈ ਤਾਂ ਮੈਂ ਆਪਣੀ ਧਰਤੀ ਦੇ ਹਰ ਰੰਗ ਨੂੰ ਸੰਭਾਲਣ ਦਾ ਯਤਨ ਕਰਾਂਗਾ ਕਿ ਮੇਰਾ ਇਹ ਵੀ ਰੰਗ ਰਹਿ ਜਾਏ, ਮੈਂ ਦੱਸ ਸਕਾਂ ਕਿ ਮੇਰੇ ਇਹ ਵੀ ਰੰਗ ਸਨ, ਮੇਰੇ ਇਹ ਵੀ ਲੋਕ ਸਨ। ਅਤੇ ਮੈਨੂੰ ਉਹ ਸਾਰੇ ਲੋਕ ਹੀ ਉਨੇ ਹੀ ਲੱਗਦੇ ਨੇ ਕਿ ਜਿਸ ਤਰ੍ਹਾਂ ਕੋਈ ਜ਼ਮੀਨਦਾਰ ਜਾਂ ਜਗੀਰਦਾਰ ਜਾਂ ਰਾਜੇ ਮਹਾਰਾਜੇ, ਮੈਨੂੰ ਉਸੇ ਤਰ੍ਹਾਂ ਹੀ ਇਹ ਲੋਕ ਵੀ ਲੱਗਦੇ ਨੇ ਜਿਹੜੇ ਚੂੜੇ, ਚਮਾਰ, ਚੰਗੜ, ਗਗੜੇ, ਸਾਂਸੀ, ਡੂਮ, ਜਿਨ੍ਹਾਂ ਨੂੰ ਅਸੀਂ ਅਛੂਤ, ਪਲੀਤ ਸਮਝ ਕੇ ਆਪਣੇ ਵਸੇਬ ਦੇ ਵਿੱਚ ਕਿਸੇ ਸਰਕਾਰੀ ਖਾਤੇ ਵਿੱਚ ਨਹੀਂ ਲਿਖਿਆ ਕਿ ਉਹਨਾਂ ਦਾ ਕੀ ਹਿੱਸਾ ਹੈ, ਉਹਨਾਂ ਦੀ ਕਿਧਰੇ ਬਣਦੀ ਹੈ ਜ਼ਮੀਨ, ਜਾਂ ਉਹਨਾਂ ਦਾ ਕੋਈ ਹਿੱਸਾ ਕਿਸਰੇ ਅਸੀਂ ਰੱਖਿਆ ਹੋਵੇ, ਜਾਂ ਉਹਨਾਂ ਦਾ ਕੋਈ ਕੋਟਾ ਰੱਖਿਆ ਹੋਵੇ। ਇੰਝ ਨਹੀਂ ਕਿਧਰੇ ਅਸੀਂ ਕੀਤਾ। ਉਹਨਾਂ ਵੱਲੋਂ ਕੋਈ ਆਵਾਜ਼ ਵੀ ਨਹੀਂ ਉੱਠੀ ਵੈਸੇ, ਕਿਉਂਕਿ ਉਹਨਾਂ ਨੂੰ ਇੰਨੀ ਵੀ ਉਹਨਾਂ ਵਿੱਚ ਸਕਤ ਨਹੀਂ ਕਿ ਉਹ ਆਪਣੇ ਆਵਾਜ਼ ਹੀ ਚੁੱਕ ਸਕਣਗੇ। ਇੱਕ ਬਾਬਾ ਜੋਗੀ ਆਵਾਜ਼ ਹੈ ਚੁੱਕ ਸਕੇ, ਯਾਰ ਮੇਰੇ ਤੇ ਹੈ, ਮੇਰਾ ਤੇ ਕਬੀਲਾ ਹੀ ਪੂਰਾ ਮੁੱਕ ਰਿਹਾ, ਸਾਡੇ ਤੇ ਸੱਪ, ਸਾਡੀਆਂ ਜੋ ਕੁਝ ਵੀ ਐਸੀ ਸਾਡਾ, ਉਹ ਤੇ ਆਵਾਜ਼ ਵੀ ਚੁੱਕਣ ਜੋਗੇ ਨਹੀਂ, ਕਿਉਂਕਿ ਉਹਨਾਂ ਦੀ ਅਸੀਂ ਕੋਈ ਹਸੀਅਤ ਹੀ ਨਹੀਂ ਰਹਿਣ ਦਿੱਤੀ। ਅਤੇ ਹੁਣ ਜਿਹੜਾ ਤੁਸੀਂ ਉਹ ਪ੍ਰੋਸੈਸ ਕਹਿ ਰਹੇ ਹੋ, ਅਤੇ ਮੈਂ ਉਹ ਫਿਰ ਕਹਾਣੀਆਂ ਬੇਸਿਕਲੀ ਲੱਭ ਰਿਹਾ ਹੁੰਦਾ, ਮੈਨੂੰ ਸੁੱਝਦੀਆਂ ਨੇ ਇੰਝ ਦਿਆਂ ਲੋਕਾਂ ਨੂੰ ਵੇਖ ਕੇ, ਇੰਝ ਦੇ ਲੋਕਾਂ ਨੂੰ ਮਿਲ ਕੇ, ਇੰਝ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ, ਅਤੇ ਮੈਂ ਉਹਨਾਂ ਦੀਆਂ ਹੀ ਗੱਲਾਂ ਨੂੰ ਜੋੜਨਾ ਬੇਸਿਕਲੀ। ਉਹ ਜਿਹੜੀਆਂ ਗੱਲਾਂ ਕਰਦੇ ਨੇ ਉਹਨੇ ਕਿਸੇ ਕਿਤਾਬਾਂ ਵਿੱਚ ਨਹੀਂ ਲਿਖੀਆਂ, ਇਹ ਤਾਂ ਉਹ ਲੋਕ ਹੀ ਨੇ ਜਿਹੜੇ ਆਪਣੇ ਸੀਨੇ ਦੇ ਵਿੱਚ ਹੀ ਲੈ ਕੇ ਉਹਨਾਂ ਯਾਦਾਂ ਨੂੰ ਮਰ ਜਾਣਗੇ। ਅਤੇ ਉਹ ਜਿੰਨੀਆਂ ਕੁ ਮੈਨੂੰ ਉਹਨਾਂ ਦੀਆਂ ਯਾਦਾਂ ਮਿਲੀਆਂ, ਉਹਨਾਂ ਦੀਆਂ ਗੱਲਾਂ ਮਿਲੀਆਂ। ਹੁਣ ਇਹ ਜਿਹੜੀ ਮਤਲਬ ਕਹਾਣੀਆਂ ਨੇ, ਜਿਸ ਤਰ੍ਹਾਂ ਇਹਨਾਂ ਦੇ ਵਿੱਚ ਅਗਰ ਐਸੇ ਕਹਾਣੀ ਦਾ ਜੋਗੀ ਸਪਤਰਾ ਹੈ, ਇਹ ਹੁਣ ਜੋਗੀਆਂ ਦੀ ਵੀ ਕਹਾਣੀ ਹੈ, ਮਲੰਗਾਂ ਦੀ, ਕਲੰਦਰਾਂ ਦੀ ਵੀ ਕਹਾਣੀ ਹੈ ਇਹਦੇ ਵਿੱਚ। ਫਿਰ ਇਸ ਤਰ੍ਹਾਂ ਜਿਹੜੀ ਚੇਅਰਮੈਨ ਅਤੇ ਰੇਲ ਗੱਡੀ ਇਹਦੇ 'ਚ ਇੱਕ ਕਹਾਣੀ ਹੈ, ਉਹ ਬੇਸਿਕਲੀ ਸਾਂਸੀਆਂ ਦੀ ਔਰ ਸਾਂਸੀਆਂ ਦੇ ਕੁੱਤੇ ਦੀ ਕਹਾਣੀ ਹੈ। ਫਿਰ ਇਸ ਤਰ੍ਹਾਂ ਜਿਹੜੀ ਰਸੂਲਾਂ ਮਾਛਣ ਦੀ ਕਹਾਣੀ ਹੈ, ਲਾ ਇਲਾ ਕਿ ਇੱਕ ਔਰਤ ਹੱਜ 'ਤੇ ਚਲੀ ਗਈ ਹੈ, ਔਰ ਹੱਜ 'ਤੇ ਜਦੋਂ ਉਹਦੇ ਕੋਲ ਇੱਕ ਮੌਕਾ ਹੈ ਕਿ ਉਹ ਇਬਾਦਤਾਂ ਕਰੇ ਅਤੇ ਜੰਨਤ ਦਾ
ਉਹ ਜੰਨਤ ਵੱਲ ਸੋਚੇ ਕਿ ਮੈਂ ਜੰਨਤ ਵਿੱਚ ਜਾਵਾਂਗੀ, ਪਰ ਉਹਨੂੰ ਆਪਣਾ ਪਿੰਡ ਯਾਦ ਆ ਰਿਹਾ। ਔਰ ਪਿੰਡ 'ਚ ਕੀ ਹੈ ਕਿ ਇੱਕ ਤਨੂਰ ਤਾਂਦੀ ਹੈ, ਭੱਠੀ ਤਾਂਦੀ ਹੈ, ਅੱਗੇ ਸਾਹਮਣੇ ਬੈਠੀ ਰਹਿੰਦੀ ਹੈ, ਪਰ ਉਹਨੂੰ ਆਪਣਾ ਪਿੰਡ ਯਾਦ ਆ ਰਿਹਾ। ਉਹ ਜੰਨਤ ਵਿੱਚ ਨਹੀਂ ਜਾ, ਮਤਲਬ ਉਹਦੇ ਅੰਦਰ ਇਹ ਨਹੀਂ ਸਦਰ ਪੈਦਾ ਹੋ ਰਹੀ ਕਿ ਮੈਂ ਇਬਾਦਤਾਂ ਕਰਾਂ, ਮੈਂ ਇੱਥੇ ਕਾਬੇ ਆਈ ਹਾਂ ਅਤੇ ਮੈਂ ਅਗਲੀ ਜ਼ਿੰਦਗੀ ਸਵਾਰਾਂ ਔਰ ਮੈਂ ਜੰਨਤ ਵਿੱਚ ਜਾਵਾਂ। ਉਹਨੂੰ ਬਾਰ-ਬਾਰ ਆਪਣਾ ਪਿੰਡ ਹੀ ਯਾਦ ਆ ਰਿਹਾ। ਹਰ ਇਬਾਦਤ ਕਰਦਿਆਂ ਜਦੋਂ ਉਹ ਸ਼ੈਤਾਨ ਨੂੰ ਵੇਖਦੀ ਹੈ ਤਾਂ ਉਹਨੂੰ ਆਪਣੇ ਪਿੰਡ ਦਾ ਚੌਧਰੀ ਯਾਦ ਆਉਂਦਾ, ਜਿਹੜਾ ਇੱਕ ਜ਼ਾਲਮ ਚੌਧਰੀ ਹੈ, ਅਤੇ ਉਹ ਸ਼ੈਤਾਨ ਨੂੰ ਵੇਖ ਕੇ ਉਹਨੂੰ ਆਪਣਾ ਪਿੰਡ ਹੀ ਯਾਦ ਆ ਰਿਹਾ। ਮਤਲਬ ਹਰ ਇਬਾਦਤ ਦੇ ਵਿੱਚ, ਹਰ ਥਾਂ ਨੂੰ ਵੇਖ ਕੇ ਉਹਨੂੰ ਆਪਣਾ ਪਿੰਡ ਹੀ ਕਿਸੇ ਰੂਪ ਦੇ ਵਿੱਚ ਯਾਦ ਆ ਰਿਹਾ। ਇਸੇ ਤਰ੍ਹਾਂ ਹੋਰ ਜਿਹੜੀਆਂ ਕਹਾਣੀਆਂ ਨੇ, ਮਤਲਬ ਇਹਦੇ ਵਿੱਚ ਇੱਕ ਕਹਾਣੀ ਹੈ ਸੋਗ ਸਹਾਈ ਹੈ, ਲੱਲੀਆਂ ਦੀ ਕਹਾਣੀ ਹੈ। ਲੱਲੀ ਫਕੀਰ ਜਿਹੜੇ ਹੁੰਦੇ ਨੇ, ਹੁਣ ਉਹਨਾਂ ਦਾ ਇੱਕ ਬੱਚਾ ਮਰ ਗਿਆ ਅਤੇ ਇਹ ਨਹੀਂ ਪਤਾ ਲੱਗ ਰਿਹਾ ਕਿ ਉਹਨੇ ਸਾਹ ਲਿਆ ਜਾਂ ਨਹੀਂ ਲਿਆ। ਹੁਣ ਮੌਲ ਵੀ ਕਹਿੰਦਾ ਕਿ ਜੇ ਉਹਨੇ ਸਾਹ ਲਿਆ ਤਾਂ ਮੈਂ ਜਨਾਜ਼ਾ ਪੜ੍ਹਾਂਗਾ, ਜੇ ਨਹੀਂ ਸਾਹ ਲਿਆ ਮੈਂ ਨਹੀਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਇਸ ਬੱਚੇ ਦੀ ਕਰੀਏ, ਡੈਡ ਬਾਡੀ ਲੈ ਕੇ ਫਿਰ ਰਹੇ ਨੇ ਕਿ ਅਸੀਂ ਹੁਣ ਇਸ ਬੱਚੇ ਨੂੰ ਕੀ ਕਰੀਏ, ਦਬਾਈਏ, ਦਫਨ ਕਰੀਏ, ਜਨਾਜ਼ਾ ਪੜ੍ਹੀਏ, ਕੀ ਕਰੀਏ। ਅਤੇ ਉਹਨਾਂ ਨੂੰ ਇੱਕ ਆਪਣੀ ਪੁਰਾਣੀ ਸੋਗ ਸੁਹਾਈ ਰਸਮ ਯਾਦ ਆਉਂਦੀ ਹੈ ਕਿ ਜਦੋਂ ਇੰਝ ਕੋਈ ਬੱਚਾ ਮਰ ਜਾਂਦਾ ਸੀ ਤਾਂ ਉਹਨੂੰ ਕਿਵੇਂ ਦਫਨਾਉਂਦੇ ਨੇ। ਫਿਰ ਉਹਨੂੰ ਇੰਝ ਉਹ ਦਫਨਾਉਂਦੇ ਨੇ ਅਤੇ ਉਹਨਾਂ ਦਾ ਇੱਕ ਗੀਤ ਹੈ ਕਿ ਆਕਾ ਬਾਕਾ ਮਿੱਟੀ 'ਚੋਂ ਮਿੱਟੀ ਲੱਲੀਆਂ ਘਰ ਹੋਇਆ ਕਾਕਾ, ਕਾਕੇ ਮਾਰੀ ਚੀਕ, ਕਾਕਾ ਟੱਪ ਗਿਆ ਮਸੀਤ। ਹੁਣ ਜਿਸ ਵੇਲੇ ਉਹ ਕਹਿ ਰਹੇ ਨੇ ਕਾਕਾ ਟੱਪ ਗਿਆ ਮਸੀਤ, ਇਹਦੇ ਵਿੱਚ ਇੱਕ ਸੁਨੇਹਾ ਵੀ ਹੈ ਬਹੁਤ ਵੱਡਾ। ਉਹਨੂੰ ਗੱਲ ਖੋਲ੍ਹ ਕੇ ਕਰੀਏ ਤਾਂ ਕਿਸੇ ਹੋਰ ਪਾਸੇ ਚਲੀ ਜਾਏਗੀ। ਪਰ ਜਿਹੜੇ ਦੁਤਕਾਰੇ ਸਮਾਜ ਤੋਂ ਲੋਕ ਹੁੰਦੇ ਨੇ, ਉਹਨਾਂ ਦੀ ਇੱਕ ਆਪਣੀ ਦੁਨੀਆ ਹੈ ਜਿਹਨੂੰ ਅਸੀਂ ਕਦੀ ਨੇੜੇ ਹੋ ਕੇ ਵੇਖਿਆ ਨਹੀਂ, ਕਦੀ ਉਹਨੂੰ ਸਾਂਭਣ ਦਾ ਯਤਨ ਨਹੀਂ ਕੀਤਾ, ਪਰ ਉਹਨਾਂ ਦੀ ਇੱਕ ਆਪਣੀ ਦੁਨੀਆ। ਇਹ ਤੁਹਾਡੇ ਜਿਹੜੇ ਕਿਰਦਾਰ ਨੇ ਕਹਾਣੀਆਂ ਦੇ ਵਿੱਚ, ਇਹ ਬੜੇ ਸਟਰੋਂਗ ਨੇ। ਮੈਂ ਇਹਨਾਂ ਦੇ ਬਾਰੇ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਵਾਂ ਬੜਾ ਕਿ ਇਹ ਕਿਰਦਾਰ ਤੁਸੀਂ ਆਪਣੀ ਜ਼ਿੰਦਗੀ 'ਚ ਕਦੀ ਕੋਈ ਐਸੇ ਕਿਰਦਾਰ ਵੀ ਤੁਸੀਂ ਲਿਖੇ ਨੇ ਜਿਨ੍ਹਾਂ ਨੂੰ ਕਦੀ ਤੁਸੀਂ ਮਿਲੇ ਹੋ, ਜਾਂ ਇਹ ਪਿਓਰਲੀ ਪ੍ਰੋਡਕਸ਼ਨ ਆਫ ਯੋਰ ਇਮੈਜੀਨੇਸ਼ਨ ਨੇ? ਦੇਖੋ, ਜਿਹੜੀ ਜਿਸ ਤਰ੍ਹਾਂ ਅੱਜ ਅਸੀਂ ਕਹਿੰਦੇ ਨੇ ਸ਼ਾਰਟ ਸਟੋਰੀ, ਜਿਹਨਾਂ 'ਚ ਅਫਸਾਨਾ ਅਸੀਂ ਕਹਿ ਰਹੇ ਹਾਂ ਉਰਦੂ ਵਾਲੇ, ਜਾਂ ਪੁਰਾਣੇ ਵੇਲਿਆਂ ਦੇ ਵਿੱਚ ਯੂਰਪ ਵਿੱਚ ਨਾਵਲਾ ਸੀ। ਸਾਡਾ ਜਿਹੜਾ ਇੱਥੋਂ ਦਾ ਸੀ ਨਾ, ਉਹ ਕਿੱਸਾ ਸੀ। ਸਾਡੇ ਇੱਥੇ ਕਿੱਸਾ ਲਿਖਿਆ ਜਾਂਦਾ ਸੀ, ਔਰ ਕਿੱਸਾ ਸੱਚੀ ਕਹਾਣੀ ਹੁੰਦੀ ਸੀ। ਮਤਲਬ ਹੀਰ ਰਾਂਝਾ ਜਿਹੜੀ ਹੈ ਕੋਈ ਫਿਕਸ਼ਨ ਨਹੀਂ, ਇਹ ਸੱਚੇ ਕਿਰਦਾਰ ਸਨ। ਮਿਰਜ਼ਾ ਸਾਹਿਬਾਂ ਸੱਚੇ ਕਿਰਦਾਰ ਸਨ, ਸੋਹਣੀ ਮਹੀਵਾਲ ਜਾਂ ਪੂਰਨ ਭਗਤ, ਰਾਜਾ ਰਸਾਲੂ, ਇਹ ਸੱਚੇ ਕਰੈਕਟਰ ਸਨ। ਅਤੇ ਅਸੀਂ ਅਸਲ ਕਰੈਕਟਰ ਨੂੰ ਹੀ ਲੈ ਕੇ ਕਿੱਸਾ ਲਿਖਿਆ ਜਾਂਦਾ ਸੀ ਸਾਡੇ ਇੱਥੇ। ਅਤੇ ਮੈਂ ਵੀ ਜਦੋਂ ਇਹ ਅਸਲ ਕਿਰਦਾਰਾਂ ਨੂੰ ਹੀ ਮਿਲ ਕੇ ਉਹਨਾਂ ਦੀਆਂ ਝਾਤੀ ਪਾਈ, ਉਹਨਾਂ ਦੀ ਹਯਾਤੀ ਦੇ ਵਿੱਚ, ਉਹਨਾਂ ਕੋਲੋਂ ਉਹਨਾਂ ਦੀਆਂ ਗੱਲਾਂ ਪੁੱਛੀਆਂ, ਅਤੇ ਉਹਨਾਂ ਨੂੰ ਹੀ ਫਿਰ ਯਕੀਨਨ ਸਾਡੇ ਪੁਰਾਣੇ ਕਿੱਸੇ ਦੇ ਵਿੱਚ ਵੀ ਕੁਝ ਰਮਜ਼ ਹੁੰਦੀ ਸੀ, ਕੁਝ ਹਕੀਕਤ ਹੁੰਦੀ ਸੀ। ਫਿਰ ਤੁਸੀਂ ਜਿਹੜੀ ਕਹਾਣੀ ਇੱਕ ਬਣਾਉਂਦੇ ਹੋ, ਉਹਦੇ ਵਿੱਚ ਤੁਹਾਡੇ ਜਿਹੜਾ ਤੁਹਾਡਾ ਕਲਾ ਹੈ ਜਾਂ ਤੁਹਾਡੀ ਅਟਕਲ ਹੈ, ਉਹ ਤਾਂ ਸਾਹਮਣੇ ਆਉਣੀ ਹੀ ਹੁੰਦੀ ਹੈ। ਬਿਲਕੁਲ ਇੰਝ ਸਿੱਧੀ ਰਿਪੋਰਟਿੰਗ ਤਾਂ ਨਹੀਂ ਹੁੰਦੀ। ਅਤੇ ਉਹ ਤਾਂ ਮੈਂ ਬਣਾਉਣਾ ਉਹਨੂੰ ਉਸ ਤਰ੍ਹਾਂ, ਕੁਝ ਕਿਸੇ ਜਗ੍ਹਾ 'ਤੇ ਹੋ ਸਕਦਾ ਮੈਂ ਠੀਕ ਰਿਹਾ ਹਾਂ, ਕਿਸੇ ਜਗ੍ਹਾ 'ਤੇ ਨਾ ਹੋਵੇ, ਅਤੇ ਉਹ ਤਾਂ ਬਣਾਉਣੀ ਹੀ ਪੈਂਦੀ ਹੈ ਕਹਾਣੀ। ਪਰ ਅਸਲ ਕਿਰਦਾਰ, ਜਿੰਨੀਆਂ ਵੀ ਕਹਾਣੀਆਂ ਨੇ ਇਹਨਾਂ ਦੇ ਵਿੱਚ ਕੋਈ ਨਾ ਕੋਈ ਅਸਲ ਕਿਰਦਾਰ ਹੈ। ਹਰ ਕਹਾਣੀ ਦੇ ਵਿੱਚ ਕੋਈ ਅਸਲ ਕਿਰਦਾਰ ਹੈ, ਕੋਈ ਅਸਲ ਕਹਾਣੀ ਹੈ, ਕੋਈ ਅਸਲ ਵਕੂਆ ਹੋਇਆ, ਅਤੇ ਮੈਂ ਉਹਦੇ ਤੋਂ ਹੀ ਲੈ ਕੇ ਕਹਾਣੀ ਬਣਾਈ। ਬਿਲਕੁਲ ਇੰਝ ਨਹੀਂ ਕਿ ਸੋਚੀ ਇੱਕ ਫਿਕਸ਼ਨ ਬਿਲਕੁਲ ਅੱਖਾਂ ਬੰਦ ਕਰਾਂ ਔਰ ਕਮਰੇ 'ਚ ਬੰਦ ਹੋ ਕੇ ਲਿਖ ਦਿੱਤੀ ਹੋਵੇ। ਇੰਝ ਹੋ ਵੀ ਨਹੀਂ ਸਕਦਾ, ਇੰਝ ਦੀ ਕਹਾਣੀ ਇੰਝ ਲਿਖੀ ਵੀ ਨਹੀਂ ਜਾ ਸਕਦੀ। ਬਿਲਕੁਲ ਸਹੀ ਬਾਤ। ਇਹ ਜੇ ਤੁਸੀਂ ਕਿਉਂਕਿ ਕਹਾਣੀਕਾਰ ਹੋ, ਅਤੇ ਕਹਾਣੀਕਾਰ ਦੇ ਤੌਰ 'ਤੇ ਤੁਸੀਂ ਕੀ ਸਮਝਦੇ ਹੋ ਕਿ ਕਿਰਦਾਰ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ। ਅਸੀਂ ਗੱਲ ਵੀ ਕਰ ਰਹੇ ਹਾਂ ਤੁਹਾਡੀਆਂ ਕਹਾਣੀਆਂ 'ਚ, ਤਾਂ ਬਹੁਤ ਹੀ ਜ਼ਿਆਦਾ ਸੈਂਟਰ ਪੋਜੀਸ਼ਨ 'ਚ ਆ ਜਾਂਦਾ ਹੈ। ਸਾਰਾ ਪਲਾਟ ਉਹਦੇ ਇਰਦ ਗਿਰਦ ਇੱਕ ਕਿਰਦਾਰ ਦੇ ਪਿੱਛੇ ਘੁੰਮ ਰਿਹਾ। ਕਿਰਦਾਰ ਤੋਂ ਇਲਾਵਾ ਕਹਾਣੀਕਾਰ ਕੀ ਸਮਝਦਾ ਹੈ ਕਿ ਕਹਾਣੀ ਦੇ ਅੰਦਰ ਉਹ ਕਿਹੜੇ ਅਹਿਮ ਚੀਜ਼ਾਂ ਨੇ ਕਿ ਜਿਹੜੇ ਨਵੇਂ ਕਹਾਣੀਕਾਰ ਨੇ ਉਹਦੇ ਕੋਲੋਂ ਤੁਹਾਡੇ ਕੋਲੋਂ ਸਿੱਖ ਸਕਣ, ਕਿ ਤੁਸੀਂ ਉਹਨੂੰ ਕੀ ਸੁਜੈਸਟ ਕਰਨਾ ਚਾਹੋ? ਦੇਖੋ, ਆਮ ਤੌਰ 'ਤੇ ਜੋ ਮੈਂ ਦੇਖਣਾ, ਜਿਹੜੇ ਸਾਡੇ ਕ੍ਰਿਟਿਕਸ ਨੇ, ਜਿਹੜੇ ਅਸਲ 'ਚ ਅਦਬ ਨੂੰ, ਲਿਟਰੇਚਰ ਨੂੰ ਪ੍ਰਮੋਟ ਕਰਦੇ ਨੇ, ਉਹ 'ਤੇ ਤੁਹਾਡੇ ਕ੍ਰਿਟਿਕਸ ਹੀ ਹੁੰਦੇ ਨੇ। ਸਾਡੇ ਕ੍ਰਿਟਿਕਸ ਜਿਹੜੇ ਨੇ ਉਹ ਮੈਨੂੰ ਨਹੀਂ ਇੰਝ ਲੱਗਦਾ ਗਰੁੱਪ ਜਿਹੇ ਬਣੇ ਨੇ। ਹਰ ਗਰੁੱਪ ਦੇ ਲੋਕ ਜਿਹੜੇ ਕ੍ਰਿਟਿਕ ਹੋਣਗੇ ਆਪਣੇ ਗਰੁੱਪ ਦੇ ਲੋਕਾਂ ਨੂੰ ਵਡਿਆਣਗੇ, ਅਤੇ ਦੂਸਰੇ ਗਰੁੱਪ ਦੇ ਲੋਕਾਂ ਨੂੰ ਉਹ ਜਿਹੜਾ ਉਹਦਾ ਨਿੰਦਿਆ ਕਰਨਗੇ, ਉਹਨਾਂ ਨੂੰ ਭੰਡਣਗੇ। ਅਤੇ ਅਸਲ ਗੱਲ ਜਿਹੜੀ ਹੈ ਕਿ ਉਹਨਾਂ ਨੇ ਸਿਖਾਉਣਾ ਕਿਸ ਤਰ੍ਹਾਂ ਹੈ ਲੋਕਾਂ ਨੂੰ, ਨਵੇਂ ਆਉਣ ਵਾਲਿਆਂ ਨੂੰ, ਉਹ ਗੱਲ ਵਿੱਚ ਹੀ ਗਵਾਚ ਜਾਂਦੀ ਹੈ। ਸਾਡੇ ਲੋਕ ਲਿਖਣ ਵਾਲੇ ਜ਼ਿਆਦਾਤਰ ਡੈਫੀਨੇਸ਼ਨਾਂ ਵਿੱਚ ਗਵਾਚ ਗਏ ਨੇ
ਕਿ ਹੁਣ ਐਮਏ ਉਰਦੂ ਕਰਨ ਵਾਸਤੇ ਜਾਂ ਐਮਏ ਇੰਗਲਿਸ਼ ਕਰਨ ਵਾਸਤੇ ਉਹਨਾਂ ਨੇ ਇੱਕ ਡੈਫੀਨੇਸ਼ਨ ਰੱਖੀ, ਸ਼ਾਰਟ ਸਟੋਰੀ ਕੀ ਹੁੰਦੀ ਹੈ, ਨਾਵਲ ਕੀ ਹੁੰਦਾ ਹੈ, ਡਰਾਮਾ ਕੀ ਹੁੰਦਾ। ਬਈ ਤੁਸੀਂ ਤੇ ਐਗਜ਼ਾਮ ਵਿੱਚ ਨੰਬਰ ਲੈਣ ਵਾਸਤੇ ਉਹ ਡੈਫੀਨੇਸ਼ਨ ਰੱਟੀ ਹੈ ਤੇ ਉਹ ਤੁਸੀਂ ਲਿਖ ਕੇ ਨੰਬਰ ਲੈ ਲਏ, ਪਰ ਕਹਾਣੀ ਤਾਂ ਬਹੁਤ ਅੱਗੇ ਲੰਘ ਗਈ ਹੈ। ਕਹਾਣੀ ਤੇ ਜਿੰਨੇ ਕਹਾਣੀਕਾਰ ਨੇ ਮੇਰੇ ਖਿਆਲ ਉਨੀਆਂ ਹੀ ਡੈਫੀਨੇਸ਼ਨਾਂ ਸ਼ਾਇਦ ਹੋਣ। ਹੁਣ ਉਹ ਕਹਾਣੀ ਜਿਹੜੀ ਹਰ ਰਾਈਟਰ ਜਿਹੜਾ ਉਹਦਾ ਇੱਕ ਆਪਣਾ ਰੰਗ ਹੋਣਾ ਚਾਹੀਦਾ। ਮੈਂ ਤੇ ਆ ਵੀ ਇਹ ਕੋਸ਼ਿਸ਼ ਕਰਨਾ ਕਿ ਜਿਹੜੀ ਮੇਰੀ ਪਿਛਲੀ ਕਿਤਾਬ ਸੀ ਉਹਦੇ ਤੋਂ ਜਿਹੜੀ ਹੁਣ ਅਗਲੀ ਮੇਰੀ ਕਿਤਾਬ ਹੈ ਬੇਸ਼ੱਕ ਉਹਦੇ ਤੋਂ ਵਧੀਆ ਨਾ ਹੋਵੇ ਪਰ ਉਹਦੇ ਤੋਂ ਵੱਖਰੀ ਜ਼ਰੂਰ ਹੋਵੇ, ਕਿ ਜਿਹੜੀ ਮੈਂ ਪਹਿਲਾਂ ਕਹਾਣੀਆਂ ਲਿਖੀਆਂ ਸਨ ਉਹਨਾਂ ਨੂੰ ਮੈਂ ਰਿਪੀਟ ਨਾ ਕਰਾਂ, ਕੁਝ ਨਾ ਕੁਝ ਉਹਦੇ 'ਚ ਮੈਂ ਵੱਖਰਾ ਜਾਂ ਨਵਾਂ ਜ਼ਰੂਰ ਕਰਾਂ। ਇਸ ਤਰ੍ਹਾਂ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਡੈਫੀਨੇਸ਼ਨਾਂ ਪਿੱਛੇ ਨਹੀਂ ਜਾਣਾ ਚਾਹੀਦਾ, ਵੱਡੇ ਵੱਡੇ ਰਾਈਟਰਾਂ ਨੂੰ ਕਾਪੀ ਨਹੀਂ ਕਰਨਾ ਚਾਹੀਦਾ, ਇੱਕ ਆਪਣਾ ਰੰਗ ਬਣਾਉਣਾ ਚਾਹੀਦਾ। ਔਰ ਦੁਨੀਆ ਦੇ ਵਿੱਚ ਬਹੁਤ ਸੋਹਣਾ ਅਦਬ ਲਿਖਿਆ ਜਾ ਰਿਹਾ, ਸਾਰੀ ਦੁਨੀਆ ਦੇ ਅਦਬ ਨੂੰ ਪੜ੍ਹਨਾ ਚਾਹੀਦਾ, ਪਰ ਕਹਾਣੀਆਂ ਉਹੀ ਲਿਖੋ ਜਿਹੜੀਆਂ ਤੁਹਾਡੀ ਧਰਤੀ ਨਾਲ ਜੁੜੀਆਂ ਨੇ, ਜਿਹੜੀਆਂ ਤੁਹਾਡੇ ਸਮਾਜ ਨਾਲ ਜੁੜੀਆਂ ਨੇ, ਜਿਨ੍ਹਾਂ ਦੇ ਵਿੱਚੋਂ ਤੁਸੀਂ ਆਪਣੇ ਸਮਾਜ ਦੀ ਇੱਕ ਤਸਵੀਰ ਵੇਖ ਸਕਦੇ ਹੋ ਕਿ ਅੱਜ ਦਾ ਸਾਡਾ ਸਮਾਜ ਕੀ ਹੈ। ਦਰੁਸਤ ਬਾਤ ਹੈ। ਇੱਕ ਹੋਰ ਸਵਾਲ ਹੈ ਤੁਹਾਡੀ ਇਸ ਕਿਤਾਬ ਦੇ ਬਾਰੇ, ਉਹ ਇਹ ਵੇ ਕਿ ਤੁਹਾਡੀ ਕਹਾਣੀਆਂ 'ਚ ਅਕਸਰ ਤਾਰੀਖ ਦਾ ਰੈਫਰੈਂਸ ਆ ਜਾਂਦਾ ਹੈ। ਇਹ ਤੁਸੀਂ ਕੀ ਸਮਝਦੇ ਹੋ ਕਿ ਇਹ ਇੱਕ ਬੜੀ ਵੀਕਨੈਸ ਵੀ ਤੇ ਸਮਝੀ ਜਾ ਸਕਦੀ ਹੈ, ਤੇ ਇੱਕ ਵੀਕਨੈਸ ਹੈ ਜਾਂ ਕਿ ਇੱਕ ਪੋਜ਼ਿਟਿਵ ਸਾਈਨ ਹੈ ਜਿਹੜਾ ਬਾਰ-ਬਾਰ ਤਾਰੀਖ ਦਾ ਰੈਫਰੈਂਸ ਆ ਰਿਹਾ ਉਹਦੇ ਵਿੱਚ? ਮੈਨੂੰ ਨਾ ਨਿੱਕੇ ਹੁੰਦਿਆਂ ਤੋਂ ਨਾ ਇੱਕ ਠਰਕ ਸੀ ਕਿ ਗੱਲਾਂ ਸੁਣਨ ਦਾ, ਬਜ਼ੁਰਗਾਂ ਦੀਆਂ ਗੱਲਾਂ ਸੁਣਨ ਦਾ। ਫਿਰ ਮੈਨੂੰ ਜਦੋਂ ਕਿਤਾਬਾਂ ਪੜ੍ਹਨ ਦਾ ਸ਼ੌਕ ਹੋਇਆ ਤਾਂ ਮੈਂ ਜਿਹੜੀਆਂ ਸਭ ਤੋਂ ਜ਼ਿਆਦਾ ਕਿਤਾਬਾਂ ਪੜ੍ਹੀਆਂ ਉਹ ਤਾਰੀਖ ਦੀਆਂ ਸੀ। ਜਿਹੜੀਆਂ ਬਜ਼ੁਰਗਾਂ ਕੋਲ ਗੱਲਾਂ ਸੁਣੀਆਂ ਉਹ ਤਾਰੀਖ ਵਿੱਚ ਕਿਧਰੇ ਨਹੀਂ ਸਨ ਮਿਲਦੀਆਂ, ਕਿ ਤਾਰੀਖ ਹੋਰ ਤਰ੍ਹਾਂ ਪੜ੍ਹਾਈ ਜਾ ਰਹੀ ਹੈ ਔਰ ਜੋ ਸਾਡੀ ਆਪਣੀਆਂ ਕਹਾਣੀਆਂ ਸਨ ਉਹ ਬਿਲਕੁਲ ਡਿਫਰੈਂਟ ਸਨ। ਹੁਣ ਸਾਨੂੰ ਕਿਧਰੇ ਦੁੱਲਾ ਭੱਟੀ ਨਹੀਂ ਪੜ੍ਹਾਇਆ ਜਾਂਦਾ, ਸਾਨੂੰ ਅਹਿਮਦ ਖਾਂ ਖਰਲ ਨਹੀਂ ਪੜ੍ਹਾਇਆ ਜਾਂਦਾ, ਸਾਨੂੰ ਭਗਤ ਸਿੰਘ ਨਹੀਂ ਪੜ੍ਹਾਇਆ ਜਾਂਦਾ, ਸਾਨੂੰ ਪੂਰਨ ਭਗਤ ਦੇ ਬਾਰੇ ਕੋਈ ਪਤਾ ਨਹੀਂ, ਸਾਨੂੰ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਕਿਰਦਾਰਾਂ ਦੇ ਬਾਰੇ ਨਹੀਂ ਪਤਾ ਜਿਹੜੇ ਆਮ ਲੋਕ ਗੱਲਾਂ ਕਰਦੇ ਸਨ। ਸਾਨੂੰ ਸਖੀ ਸਰਵਰ ਦੇ ਬਾਰੇ ਨਹੀਂ ਪੜ੍ਹਾਇਆ ਜਾਂਦਾ ਕਿ ਸਖੀ ਸਰਵਰ ਕੌਣ, ਸਬਜ਼ ਪੀਰ ਕੌਣ ਸੀ, ਸਾਨੂੰ ਉਹਦੇ ਬਾਰੇ ਨਹੀਂ ਪੜ੍ਹਾਇਆ ਜਾਂਦਾ। ਅਤੇ ਉਹ ਜਿਹੜਾ ਤਾਰੀਖ ਹੈ ਉਹ ਤਾਰੀਖ ਲਿਖੀ ਗਈ ਸਟੇਟ ਨੇ ਜਿਸ ਤਰ੍ਹਾਂ ਦੀ ਲਿਖੀ, ਇੱਕ ਆਪਣਾ ਇੱਕ ਸਰਕਾਰੀ ਜਿਹੀ ਤਾਰੀਖ, ਵੱਡੇ ਬਾਦਸ਼ਾਹਾਂ ਨੂੰ, ਰਾਜਿਆਂ ਨੂੰ ਉਹਦੇ 'ਚ ਵਡਿਆਇਆ ਗਿਆ ਕਿ ਅਕਬਰ ਬਾਦਸ਼ਾਹ ਜਿਹੜਾ ਸੀ ਉਹ ਬੜਾ ਵੱਡਾ ਇੱਕ ਬਾਦਸ਼ਾਹ ਸੀ, ਪਰ ਉਹਦੇ ਨਾਲ ਤਾਂ ਦੁੱਲਾ ਭੱਟੀ ਲੜ ਰਿਹਾ। ਸਾਡੀ ਅਗਰ ਹੋਣੀ ਚਾਹੀਦੀ ਸੀ, ਕੋਈ ਸਾਡੇ ਅੰਦਰ ਕੋਈ ਇੱਜ਼ਤ ਹੋਣੀ ਚਾਹੀਦੀ, ਉਹਦੇ ਦੁੱਲੇ ਭੱਟੀ ਦੀ ਹੋਣੀ ਚਾਹੀਦੀ ਸੀ। ਪਰ ਅਸੀਂ ਮੁਗਲੇ ਆਜ਼ਮ ਨਾਂ ਦੀਆਂ ਫਿਲਮਾਂ ਬੜੇ ਸ਼ੌਕ ਨਾਲ ਵੇਖਦੇ ਹਾਂ ਅਤੇ ਬੜੀਆਂ ਵਿਖਾਉਂਦੇ ਹਾਂ ਵੀ ਬੜਾ ਉਹਦਾ ਦਰਬਾਰ ਸੀ ਅਤੇ ਬੜੇ ਉਹਦੇ ਨੌ ਰਤਨ ਸਨ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹਨੇ ਸਾਡੇ ਧਰਤੀ ਦੇ ਇੱਕ ਹੀਰੋ ਨੂੰ ਮਾਰਿਆ, ਸਾਡਾ ਧਰਤੀ ਦਾ ਹੀਰੋ ਉਹਦੇ ਨਾਲ ਟਕਰਾਇਆ ਜਦੋਂ ਉਹਨੇ ਜ਼ੁਲਮ ਕੀਤੇ, ਲੋਕਾਂ ਕੋਲ ਜ਼ਬਰਦਸਤੀ ਰੈਵਨਿਊ ਲਿਆ। ਅਤੇ ਉਹ ਜਿਹੜੀ ਸਾਡੀ ਪ੍ਰਚਲਿਤ ਤਾਰੀਖ ਹੈ, ਜਿਹੜੀ ਸਾਨੂੰ ਤਾਰੀਖ ਪੜ੍ਹਾਈ ਜਾਂਦੀ ਹੈ, ਉਹਦੇ ਨਾਲ ਸਾਡੀ ਪੀਪਲਜ਼ ਹਿਸਟਰੀ ਜਾਂ ਜਿਹਨੂੰ ਸਪਾਰਟਨ ਸਟੱਡੀਜ਼ ਅੱਜ ਕੱਲ੍ਹ ਕਿਹਾ ਜਾ ਰਿਹਾ, ਉਹ ਟਕਰਾਉਂਦੀ ਹੈ। ਅਤੇ ਮੇਰਾ ਉਹ ਸ਼ੌਕ ਰਿਹਾ ਹੁਣ ਜਿਸ ਵੇਲੇ ਮੇਰੇ ਕਿਰਦਾਰ ਜਿਹੜੇ ਨੇ ਉਹ ਨਿਮਾਣੇ ਅਤੇ ਨਥਾਵੇਂ ਹੁੰਦੇ ਨੇ। ਮੈਂ ਜਦੋਂ ਨਿਮਾਣੇ ਜਾਂ ਨਥਾਵਿਆਂ ਦੀ ਗੱਲ ਕਰਨਾ ਤਾਂ ਮੇਰਾ ਮਤਲਬ ਇਹ ਨਹੀਂ ਕਿ ਮੈਂ ਉਹਨਾਂ ਵਾਸਤੇ ਚਾਹੁੰਦਾ ਕਿ ਲੋਕਾਂ ਨੂੰ ਉਹਨਾਂ 'ਤੇ ਤਰਸ ਆਵੇ, ਮੈਂ ਇਹ ਨਹੀਂ ਚਾਹੁੰਦਾ ਕਿ ਉਹਨਾਂ 'ਤੇ ਤਰਸ ਆਵੇ ਲੋਕਾਂ ਨੂੰ। ਮੈਂ ਤਾਂ ਇੱਕ ਤਸਵੀਰ ਵਿਖਾ ਰਿਹਾ ਕਿ ਇਹ ਵੀ ਲੋਕ ਹੈ ਸਨ, ਅਤੇ ਜਿਸ ਵਕਤ ਮੈਂ ਉਹਨਾਂ ਨੂੰ ਵਿਖਾਉਣਾ ਤਾਂ ਉਹਦੇ ਹਿਸਟਰੀ ਵਿੱਚ ਹੈ ਕੋਈ ਨਹੀਂ, ਅਤੇ ਜਿਸ ਵੇਲੇ ਉਹ ਆਪਣੀਆਂ ਗੱਲਾਂ ਕਰਦੇ ਨੇ ਉਹ ਆਪਣੇ ਪਿਛੋਕੜ ਵੱਲ ਜਾਂਦੇ ਨੇ, ਅਤੇ ਜਾਂ ਮੈਂ ਐਜ਼ ਏ ਨਰੇਟਰ ਉਹਨਾਂ ਕੋਲ ਜਿਹੜੀਆਂ ਗੱਲਾਂ ਸੁਣੀਆਂ ਹੁੰਦੀਆਂ ਨੇ ਮੈਂ ਫਿਰ ਉਹਦੇ ਵਿੱਚ ਉਹਨਾਂ ਨੂੰ ਉਸ ਤਰ੍ਹਾਂ ਪਾਉਣਾ। ਕਈ ਦਫਾ ਮੈਂ ਇੱਕ ਨਰੇਟਰ ਦੀ ਹੱਦ ਤੋਂ ਜ਼ਿਆਦਾ ਵੀ ਚਲਾ ਜਾਂਦਾ ਅੱਗੇ, ਔਰ ਮੈਂ ਕਈ ਦਫਾ ਉਸ ਕਹਾਣੀ ਦੇ ਵਿੱਚ ਹੀ ਵੜ ਜਾਂਦਾ, ਉਹਦਾ ਕਹਾਣੀ ਦਾ ਹਿੱਸਾ ਹੀ ਬਣ ਜਾਂਦਾ। ਹੋ ਸਕਦਾ ਉਹ ਕਈਆਂ ਲੋਕਾਂ ਨੂੰ ਠੀਕ ਨਾ ਲੱਗਦਾ ਹੋਵੇ, ਪਰ ਉਹ ਮੇਰੀ ਉਹ ਹਿਸਟਰੀ ਦਾ ਜਿਹੜਾ ਵਿੱਚ ਹੈ ਉਹਦੇ 'ਚ ਦਖਲ ਕਹਾਣੀਆਂ ਦੇ ਵਿੱਚ, ਉਹਦੇ 'ਤੇ ਵੀ ਕਈ ਲੋਕਾਂ ਨੂੰ ਇਤਰਾਜ਼ ਹੈ। ਪਰ ਇਹ ਉਹ ਹਿਸਟਰੀ ਹੈ ਜਿਹੜੀ ਕਿਤਾਬਾਂ ਵਿੱਚ ਨਹੀਂ ਲਿਖੀ, ਜਿਹੜੀ ਪੀਪਲਜ਼ ਹਿਸਟਰੀ ਹੈ, ਔਰ ਉਹ ਕਦੀ ਮੁਕਾਲਮਿਆਂ ਦੀ ਸ਼ਕਲ ਵਿੱਚ, ਕਦੀ ਮੈਂ ਐਜ਼ ਏ ਨਰੇਟਰ ਉਹਨਾਂ ਨੂੰ ਦੱਸਣਾ। ਹੋ ਸਕਦਾ ਹੈ ਮੇਰੇ ਉਹਦਾ ਕੋਚ ਬਣ ਜਾਂਦਾ ਹੋਵੇ ਕਿਸੇ ਟਾਈਮ ਮੇਰੀ ਕਹਾਣੀ ਦਾ, ਪਰ ਮੈਂ ਚਾਹੁੰਦਾ ਉਹਨੂੰ ਲਿਖਣਾ। ਦਰੁਸਤ ਬਾਤ ਨਹੀਂ ਹੈ, ਤੇ ਬੜਾ ਅੱਛਾ ਵੀ ਹੈ ਕਿ ਤਾਰੀਖ ਦੇ ਬਾਰੇ ਇੱਕ ਡਿਫਰੈਂਟ ਐਂਗਲ, ਡਿਫਰੈਂਟ ਪਰਸਪੈਕਟਿਵ ਉਹ ਮਿਲਦਾ ਹੈ ਅਗਰ ਤੁਸੀਂ ਲਿਟਰੇਚਰ ਦੀ ਕਿਤਾਬ ਪੜ੍ਹੋ। ਅਤੇ ਵੈਸੇ ਵੀ ਅਦਬ ਜਿਹੜਾ ਹੈ ਉਹ ਕਿਤੇ ਸਪੇਸ ਦੇ ਵਿੱਚ ਤਾਂ ਨਹੀਂ ਹੈਗਾ, ਜ਼ਾਹਿਰ ਹੈ ਉਹ ਇੱਕ ਕੰਟੈਕਸਟ ਦੇ ਵਿੱਚ ਹੈ ਜਿੱਥੇ ਤਾਰੀਖ ਵੀ ਹੈ, ਅਤੇ ਅਗਰ ਕਹਾਣੀਕਾਰ ਤੁਹਾਡਾ ਐਟ ਦ ਸੇਮ ਟਾਈਮ ਬਤੌਰ ਹਿਸਟੋਰੀਅਨ ਵੀ ਕੰਮ ਕਰ ਰਿਹਾ ਹੈ, ਅਤੇ ਇਹ ਤਾਂ ਬੜਾ ਇੱਕ ਪੋਜ਼ੀਟਿਵ ਚੀਜ਼ ਸਮਝਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਨੈਣ ਸੁਖ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ। ਨੈਣ ਸੁਖ ਸਾਹਿਬ ਦੀ ਕਿਤਾਬ ਜੋਗੀ ਸਭ ਤਰ੍ਹਾਂ
ਤੁਹਾਨੂੰ ਕਿਤਾਬ ਤਰਿੰਜਨ ਤੋਂ ਮਿਲ ਸਕਦੀ ਹੈ। ਮੈਨੂੰ ਯਕੀਨ ਹੈ ਤੁਸੀਂ ਜ਼ਰੂਰ ਉਸ ਕਿਤਾਬ ਦਾ ਮੁਤਾਲਿਆ ਕਰੋਗੇ। ਜੋ ਵੀ ਤੁਹਾਡੇ ਰਿਸਪੌਂਸਿਸ ਹੋਣ ਉਹ ਵੀ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਸਾਡੇ ਨਾਲ ਰਹਿਣ ਦਾ, ਸੁਣਨ ਦਾ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ।